वाहिगुरू जी का खालसा वाहिगुरू जी की फतेह। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੇ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। थैंक यू। ਹਾਂ ਡਾਕਟਰ ਸਾਹਿਬ, ਅੱਜ 15 ਅਗਸਤ 2013 31ਵਾਂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇजेस ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ, ਅੱਜ ਅਸੀਂ ਆਪਣੀ ਅਰਦਾਸ ਵਿੱਚ ਤਿਲਕ ਵਿਹਾਰ ਦਿੱਲੀ ਵਿੱਚ ਅੱਜ ਦੇ ਦਿਨ ਮਾਰੇ ਗਏ ਅਤੇ ਜ਼ਖਮੀ ਸਿੰਘਾਂ ਸਿੰਘਣੀਆਂ ਨੂੰ ਯਾਦ ਕਰੀਏ। ਇਹਨਾਂ ਨੂੰ ਹਿੰਦੂ ਭੀੜ ਅਤੇ ਪੁਲਿਸ ਨੇ ਆਪਣੇ ਜ਼ਬਰ ਦਾ ਨਿਸ਼ਾਨਾ ਬਣਾਇਆ। ਹੁਣ ਸਮਾਂ ਹੈ ਕਿ ਅਸੀਂ ਸਾਰੇ ਹਾਲਾਤ ਦਾ ਜਾਇਜ਼ਾ ਲਈਏ। ਸਾਡੀ ਕੌਮ ਦੀ ਜਵਾਨੀ ਸੁਚੱਜੀ ਲੀਡਰਸ਼ਿਪ ਚਾਹੁੰਦੀ ਹੈ ਅਤੇ ਆਪਣੇ ਸਵਾਲਾਂ ਦਾ ਜਵਾਬ ਚਾਹੁੰਦੀ ਹੈ। ਮੌਕਾ ਪ੍ਰਸਤ ਜਥੇਦਾਰ ਗਰਮ ਭਾਸ਼ਣ ਕਰਦੇ ਹਨ, ਨੌਜਵਾਨਾਂ ਨੂੰ ਪੁਲਿਸ ਨਾਲ ਟੱਕਰ ਲੈਣ ਲਈ ਖੜਾ ਕਰ ਦਿੰਦੇ ਹਨ ਅਤੇ ਆਪ ਉੱਥੋਂ ਖਿਸਕ ਜਾਂਦੇ ਹਨ। ਇਹ ਸਮਾਂ ਹੈ ਕਿ ਨੌਜਵਾਨੀ ਆਪਣੇ ਸਿਆਣੇ ਫੈਸਲੇ ਆਪ ਕਰੇ ਤਾਂ ਕਿ ਅਜੋਕੀ ਅਤੇ ਭਵਿੱਖ ਦੀ ਕਿਸੇ ਵੀ ਖਤਰਨਾਕ ਸਥਿਤੀ ਨਾਲ ਨਿਪਟਿਆ ਜਾ ਸਕੇ। ਜੀ ਡਾਕਟਰ ਸਾਹਿਬ। ਅਸੀਂ ਵੀਰ ਅਰਵਿੰਦਰ ਸਿੰਘ ਜੀ ਦੇ ਬਹੁਤ ਧੰਨਵਾਦੀ ਹਾਂ ਜੀ ਕਿ ਕਿਉਂਕਿ ਅੱਜ ਲਗਭਗ ਮੀਡੀਆ ਬਲੈਕਆਊਟ ਹੈ ਦਿੱਲੀ ਦੇ ਹਵਾਲੇ ਨਾਲ। ਇੱਕ ਪਾਸੇ ਤਾਂ ਭਾਵੇਂ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਦਾ ਭਾਸ਼ਣ 15 ਅਗਸਤ ਵਾਲਾ ਚੱਲਿਆ ਹੈ ਜੀ, ਫਿਰ ਉਹਦੇ ਜਵਾਬ 'ਚ ਭੁੱਜ ਤੋਂ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਨੇ ਲਾਲਨ ਕਾਲਜ ਤੋਂ ਉਹਦਾ ਜਵਾਬੀ ਭਾਸ਼ਣ ਦਿੱਤਾ। ਉਹਦੀ ਚਰਚਾ ਤਾਂ ਮੀਡੀਆ ਨੇ ਕੀਤੀ ਜੀ, ਪਰ ਕਿਉਂਕਿ ਅੱਜ ਪ੍ਰਿੰਟ ਮੀਡੀਆ ਦੀ ਵੀ ਛੁੱਟੀ ਸੀ 15 ਅਗਸਤ ਕਰਕੇ, ਉਹ TV ਚੈਨਲਸ ਨੇ ਵੀ ਜਿਹੜੀ ਹੈ ਉੱਥੇ ਇਸ ਖਬਰ ਨੂੰ ਬਿਲਕੁਲ ਬਲੌਕ ਕੀਤਾ ਜੀ। ਪਰ ਜਿਵੇਂ ਅਸੀਂ ਸਮਝਦੇ ਹਾਂ ਵੀ ਸੋਸ਼ਲ ਨੈਟਵਰਕਿੰਗ ਸਾਈਟ ਔਰ ਸਿੱਖ ਚੈਨਲ, ਉਹਨਾਂ ਦਾ ਪੱਤਰਕਾਰ, ਉਹਨਾਂ ਦਾ ਕੈਮਰਾਮੈਨ ਉੱਥੇ ਸੀ ਜੀ। ਤੇ ਜਿਹੜੀ ਖਬਰ ਤਿਲਕ ਵਿਹਾਰ ਦੇ ਹਵਾਲੇ ਨਾਲ ਹੁਣ ਤੱਕ ਸਾਹਮਣੇ ਆਈ ਹੈ ਉਸ ਦਾ ਵੇਰਵਾ ਇਹ ਹੈ ਕਿ ਕਿਉਂਕਿ ਤਿਲਕ ਵਿਹਾਰ ਉਹ ਆਬਾਦੀ ਹੈ ਜਿੱਥੇ ਕਿ ਬਹੁਤ ਸਾਰੇ ਨਵੰਬਰ 1984 ਜਿਹੜੇ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਪਰਿਵਾਰ ਹੋਏ ਜੀ, ਉਹ ਬੀਬੀਆਂ, ਉਹਨਾਂ ਦੇ ਯਤੀਮ ਬੱਚੇ ਉਹ ਰਹਿੰਦੇ ਨੇ। ਔਰ ਉਸ ਆਬਾਦੀ ਦੇ ਨਾਲ ਹੀ ਇੱਕ ਬਾਲਮੀਕੀ ਕਾਲੋਨੀ ਹੈ ਜਿੱਥੇ ਕਿ ਬਾਲਮੀਕੀ ਭਾਈਚਾਰੇ ਦੇ ਲੋਕ ਰਹਿੰਦੇ ਨੇ ਜੀ। ਸੋ ਕੋਈ ਸਕੂਲ ਲੈਵਲ ਦੇ ਬੱਚਿਆਂ ਦੇ ਵਿੱਚ ਬਾਲਮੀਕੀ ਕਾਲੋਨੀ ਦੇ ਔਰ ਤਿਲਕ ਵਿਹਾਰ ਵਾਲਿਆਂ ਦੇ ਬੱਚਿਆਂ 'ਚ ਕੋਈ ਝਗੜਾ ਹੋਇਆ, ਪੁਲਿਸ ਚੌਂਕੀ ਤੱਕ ਗੱਲ ਗਈ ਜੀ, ਪਰ ਉਹੀ ਝਗੜਾ ਹੌਲੀ ਹੌਲੀ ਜਿਹੜਾ ਹੈ ਉਹ ਇੱਕ ਗਰੁੱਪ ਫਾਈਟ ਬਣ ਗਿਆ ਔਰ ਸਾਰਾ ਹੀ ਬਾਲਮੀਕੀ ਭਾਈਚਾਰੇ ਵਾਲੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਨ੍ਹਾਂ ਦੇ ਨਾਲ ਫਿਰ ਹਿੰਦੂ ਕਰਾਊਡਸ ਵੀ ਦੂਸਰੀਆਂ ਵੀ ਸ਼ਾਮਲ ਹੋਈਆਂ ਜੀ, ਉਹਨਾਂ ਨੇ ਹਮਲਾ ਕੀਤਾ ਤਿਲਕ ਵਿਹਾਰ ਤੇ। ਗੁਰਦੁਆਰੇ ਨੂੰ ਹਮਲੇ ਦਾ ਗੁਰਦੁਆਰਾ ਸ਼ਹੀਦਾਂ ਹੀ ਬਣਿਆ ਹੋਇਆ ਹੈ ਕਿਉਂਕਿ ਜਿਹੜੇ ਸ਼ਹੀਦ ਨਵੰਬਰ 84 'ਚ ਹੋਏ ਜੀ, ਉਹਦੇ ਤੇ ਪੱਥਰਾਂ ਦੇ ਨਾਲ ਉਹਦੇ ਸਾਰੇ ਸ਼ੀਸ਼ੇ ਵਗੈਰਾ ਤੋੜ ਦਿੱਤੇ, ਬਹੁਤ ਸਾਰੀਆਂ ਗੱਡੀਆਂ ਨੂੰ ਅੱਗਾਂ ਲਾ ਦਿੱਤੀਆਂ। ਪਰ ਇਸ ਵਾਰ ਜਿਹੜਾ ਪਿਛਲੀ ਵਾਰ ਨਾਲੋਂ ਵੱਖਰੀ ਗੱਲ ਇਹ ਹੋਈ ਵੀ ਐਤਕੀ ਨਵੰਬਰ 84 ਤੋਂ ਸਬਕ ਸਿੱਖ ਚੁੱਕੇ ਜਿਹੜੇ ਸਿੱਖ ਸੀ ਉਹ ਫਿਰ ਆਰਾਮ ਨਾਲ ਨਹੀਂ ਬੈਠੇ ਜੀ, ਉਹ ਵੀ ਇਕੱਠੇ ਹੋ ਕੇ ਉਹਨਾਂ ਨੇ ਵੀ ਡੰਡੇ ਤਲਵਾਰਾਂ ਜੋ ਉਹਨਾਂ ਦੇ ਹੱਥ 'ਚ ਆਈਆਂ ਉਹ ਸੂਤ ਲਈਆਂ ਜੀ, ਔਰ ਭੀੜ ਨੂੰ ਉਹਨਾਂ ਨੇ ਚੈਲੰਜ ਕੀਤਾ। ਪਰ ਜਿਹੜਾ ਪੁਲਿਸ ਦਾ ਵਰਤਾਰਾ ਸੀ ਇਹਦਾ ਮੀਨ ਟਾਈਮ ਪੁਲਿਸ ਵੀ ਉੱਥੇ ਆ ਗਈ ਜੀ। ਉਹਨਾਂ ਨੇ ਖੁੱਲ੍ਹ ਕੇ ਦੂਜੇ ਪਾਸੇ ਦਾ ਜਿਹੜਾ ਹੈ ਉਹ ਸਾਥ ਦਿੱਤਾ, ਟੀਅਰ ਗੈਸ ਛੱਡੀ, ਗੋਲੀ ਚੱਲੀ ਜੀ। ਔਰ ਜਿਹੜੀਆਂ ਮੁੱਢਲੀਆਂ ਖਬਰਾਂ ਨੇ ਕਿਉਂਕਿ ਬਹੁਤ ਸਾਰੀ ਖਬਰਾਂ ਤੇ ਆਲਮੋਸਟ ਸੈਂਸਰ ਲੱਗੇ ਜੀ, ਬਾਹਰ ਖਬਰ ਨਹੀਂ ਆ ਰਹੀ, ਲੇਕਿਨ ਇਹ ਜਿਹੜੀਆਂ 2-3 ਖਬਰਾਂ ਪੰਜਾਬ ਸਪੈਕਟਰਮ ਨੇ ਔਰ ਸਿੱਖ ਚੈਨਲ ਨੇ ਦਿੱਤੀਆਂ ਨੇ ਉਹਨਾਂ 'ਚ ਇਹ ਹੈ ਵੀ ਦਰਜਨਾਂ ਸਿੱਖ ਜ਼ਖਮੀ ਨੇ ਗੋਲੀਆਂ ਦੇ ਨਾਲ ਔਰ ਕੁਝ ਪਹਿਲੀਆਂ ਖਬਰਾਂ ਦੇ ਵਿੱਚ 2-3 ਸਿੱਖਾਂ ਦੇ ਮਾਰੇ ਜਾਣ ਦੀ ਖਬਰ ਵੀ ਸੀ ਜਿਹੜੀ ਕਨਫਰਮ ਨਹੀਂ ਹੋਈ ਜੀ। ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਿਸਟਰ GK ਔਰ ਦੂਸਰੇ ਜਿਹੜੇ ਨੇ ਉਹਨਾਂ ਨੇ ਥਾਣੇ ਦੇ ਬਾਹਰ ਵੀ ਧਰਨਾ ਦਿੱਤਾ ਹੋਇਆ ਔਰ ਇੱਕ ਇਹ ਵੀ ਖਬਰ ਸੀ ਕਿ ਆਰਮੀ ਵੀ ਔਨ ਦਾ ਅਲਰਟ ਹੈ ਔਰ ਹਸਪਤਾਲਾਂ ਦੇ ਵਿੱਚ ਜਿੱਥੇ ਜਿਹੜੇ ਜ਼ਖਮੀਆਂ ਨੂੰ ਲੈ ਕੇ ਗਏ ਸਰਕਾਰੀ ਹਸਪਤਾਲਾਂ 'ਚ ਨਵੰਬਰ 84 ਦਾ ਹੀ ਦੁਹਰਾ ਕਰਦੇ ਆ ਉਹਨਾਂ ਨੇ ਉਹਨਾਂ ਦਾ ਇਲਾਜ ਕਰਨ ਤੋਂ ਨਾ ਕਰ ਦਿੱਤੀ ਔਰ ਹੁਣ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ। ਦਿੱਲੀ ਕਮੇਟੀ ਨੇ ਕਿਹਾ ਵੀ ਉਹਨਾਂ ਦਾ ਉਹ ਸਾਰਾ ਖਰਚਾ ਦੇਣਗੇ। ਪਰਮਜੀਤ ਸਿੰਘ ਸਰਨੇ ਨੇ ਕਿਹਾ ਕਿ ਜੀ ਇਹ ਜਿਹੜਾ ਹੈਗਾ ਅਸੀਂ ਇਨਸਾਫ ਲਵਾਂਗੇ ਔਰ ਦੋਸ਼ੀ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਕਾਰਵਾਈ ਜਿਹੜੀ ਦੂਜਿਆਂ ਦੇ ਫੇਵਰ 'ਚ ਕੀਤੀ ਜੀ। ਸੋ ਅਸੀਂ ਸਮਝਦੇ ਹਾਂ ਵੀ ਡਾਕਟਰ ਅਰਵਿੰਦਰ ਸਿੰਘ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ ਪਹਿਲਾਂ ਉਹਨਾਂ ਦੀ ਕਾਲ ਵੀ ਮੈਨੂੰ ਆਈ 2-3 ਘੰਟੇ ਪਹਿਲਾਂ ਜੀ ਕਿ ਇਹ ਵਾਪਰਿਆ ਵੀ ਤੁਹਾਨੂੰ ਪਤਾ ਹੈ। ਮੈਂ ਕਿਹਾ ਜੀ ਮੈਂ ਮੋਨੀਟਰ ਕਰ ਰਿਹਾ ਪਰ ਕੋਈ ਉੱਥੋਂ ਹੋਰ ਖਬਰ ਦਾ ਸੋਰਸ ਨਹੀਂ ਆ ਰਿਹਾ ਅਦਰ ਦੈਨ ਕਿ ਸਿੱਖ ਚੈਨਲ ਦੀ ਇੱਕ ਵੀਡੀਓ ਆਈ ਹੈ ਜਾਂ ਪੰਜਾਬ ਸਪੈਕਟਰਮ ਦੇ ਉੱਤੇ 2 ਖਬਰਾਂ ਇਸ ਨਾਲ ਰਿਲੇਟਡ ਲੱਗੀਆਂ ਨੇ ਜੀ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਸਾਨੂੰ ਇਸ ਵਾਰ ਸਲੂਟ ਵੀ ਕਰਨਾ ਬਣਦਾ ਆਪਣੇ ਉਹਨਾਂ ਭਰਾਵਾਂ ਨੂੰ ਜਿਨ੍ਹਾਂ ਨੇ ਮੁਕਾਬਲਾ ਕਰਨ ਦੀ ਔਰ ਇਹ ਗੱਲ
ਸਾਨੂੰ ਅੱਜ ਸਮਝ ਆਏ, ਫੇਰ ਸਮਝ ਆਏ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਹ ਕਹਿੰਦੇ ਸਨ ਕਿ ਭਾਈ ਆਪਣੀ ਡਿਫੈਂਸ ਦੇ ਲਈ ਹਥਿਆਰ ਰੱਖੋ। ਜੀ ਇਹ ਨਹੀਂ ਵੀ ਉਸ ਦੇ ਨਾਲ ਤੁਸੀਂ ਕਿਸੇ ਤੇ ਜ਼ੋਰ ਜ਼ਬਰ ਕਰਨਾ ਹੈ, ਕੋਈ ਕਿਸੇ ਦੀਆਂ ਧੀਆਂ ਭੈਣਾਂ ਨੂੰ ਤੁਸੀਂ ਜਿਹੜਾ ਹੈ ਉਹ ਉਹਨਾਂ ਦੇ ਉੱਤੇ ਜਿਹੜਾ ਕੁਝ ਕਰਨ ਦੇ ਲਈ ਨੈਗੇਟਿਵਿਟੀ ਹਥਿਆਰ ਰੱਖਣੇ ਨੇ। ਜੀ ਉਹਨਾਂ ਨੇ ਕਿਹਾ ਵੀ ਹਥਿਆਰ ਰੱਖ ਕੇ ਇਨਸਾਫ ਵੀ ਲੈਣਾ। ਔਰ ਉਹ ਕਹਿੰਦੇ ਸੀ ਵੀ ਤੁਸੀਂ ਆ ਜੋ ਇਆਸ਼ੀ ਦੇ ਸਾਧਨ, ਟੈਲੀਵਿਜ਼ਨ, ਦੂਜੇ ਤੀਜੇ ਘਰਾਂ 'ਚ ਉਹਨਾਂ ਦੇ ਉੱਤੇ ਹਜ਼ਾਰਾਂ ਰੁਪਏ ਖਰਚਦੇ ਹੋ। ਔਰ ਅੱਜ ਵੀ ਟਰੂ ਹੈ, ਹੁਣ ਸ਼ਾਇਦ ਬਦਲਿਆ ਹੋਵੇ ਕਿ ਬਹੁਤੇ ਘਰਾਂ 'ਚ 3 ਫੁੱਟੀ ਕਿਰਪਾਨ ਵੀ ਨਹੀਂ ਸੀ ਜੀ ਜੀ ਨਵੰਬਰ 84। ਪਰ ਪੁਲਿਸ ਦਾ ਵਰਤਾਰਾ, ਐਡਮਿਨਿਸਟ੍ਰੇਸ਼ਨ ਦਾ ਵਰਤਾਰਾ, ਔਰ ਖ਼ਾਸ ਤੌਰ ਤੇ ਕੱਲ ਇਹਨਾਂ ਨੇ ਸਾਨੂੰ ਤੋਹਫਾ ਦਿੱਤਾ ਆਜ਼ਾਦੀ ਦਿਵਸ ਦਾ, ਪ੍ਰੋਫੈਸਰ ਭੁੱਲਰ ਦੀ ਰਿਵਿਊ ਪਟੀਸ਼ਨ ਨੂੰ ਰਿਜੈਕਟ ਕਰਕੇ। ਜੀ ਤੇ ਅੱਜ ਐਨ 15 ਅਗਸਤ ਦੇ ਮੌਕੇ ਤੇ ਅਸੀਂ ਨਵੰਬਰ 84 ਦਾ ਇਨਸਾਫ ਮੰਗ ਰਹੇ ਹਾਂ। ਇਹਨਾਂ ਨੇ ਨਵੀਂ ਭਾਜੀ ਸਾਡੇ ਜਿਹੜਾ ਸਿਰ ਚਾੜ ਦਿੱਤੀ ਹੈ ਜੀ ਕਿ 29 ਸਾਲ ਬਾਅਦ ਉਹੀ ਐਡਮਿਨਿਸਟ੍ਰੇਸ਼ਨ, ਉਹੀ ਪੁਲਿਸ ਔਰ ਉਸੇ ਤਰ੍ਹਾਂ ਹੀ ਮੀਡੀਆ ਦਾ ਬਲੈਕ ਆਊਟ। ਨਹੀਂ ਤਾਂ ਕੋਈ ਕੁੱਤਾ ਟਾਇਰ ਥੱਲੇ ਆ ਕੇ ਮਰ ਜਾਏ ਤੇ ਉਹ ਉੱਥੇ 24 ਆਵਰ ਖਬਰਾਂ ਦੇ ਚੈਨਲ ਚੱਲਦੇ ਨੇ ਜਿਹੜੇ ਬਾਰ-ਬਾਰ ਦਿਖਾਈ ਜਾਣਗੇ। ਫਿਰ ਕੁੱਤਿਆਂ ਦੇ ਹੱਕਾਂ ਵਾਲੇ ਆ ਜਾਂਦੇ ਨੇ। ਮੇਨਕਾ ਗਾਂਧੀ ਪਹੁੰਚ ਜਾਂਦੀ ਆ ਉੱਥੇ ਕਿ ਜੀ ਇਹ ਕੁੱਤੇ ਨਾਲ ਬੜਾ ਜ਼ੁਲਮ ਹੋਇਆ, ਅਸੀਂ ਪਟੀਸ਼ਨ ਕਰ ਰਹੇ ਹਾਂ ਜੀ ਪ੍ਰੀਵੈਂਸ਼ਨ ਆਫ ਕਰੂਐਲਿਟੀ ਅਗੇਂਸਟ ਐਨੀਮਲਸ ਇਸ ਜਥੇਬੰਦੀ ਵੱਲੋਂ। ਜੀ ਫਿਰ ਕੁੱਤਾ ਕਮਿਸ਼ਨ ਵੀ ਬਣ ਜਾਂਦਾ ਕਿ ਜੀ ਕੁੱਤੇ ਦੀ ਮੌਤ ਦੇ ਕਾਰਨ ਜਿਹੜੇ ਨੇ ਉਹਨਾਂ ਨੂੰ ਪ੍ਰੋਬ ਕਰੇ। ਪਰ ਮਤਲਬ ਉਸ ਮੁਲਕ ਦੇ ਵਿੱਚ ਜਿਹੜੀ ਸਿੱਖ ਲਾਈਫ ਹੈ, ਮੁਸਲਮਾਨ ਜ਼ਿੰਦਗੀ ਹੈ, ਈਸਾਈ ਜ਼ਿੰਦਗੀ ਹੈ, ਇਹਦੀ ਕੋਈ ਕੀਮਤ ਨਹੀਂ ਹੈ। ਔਰ ਜਦੋਂ ਵੇਰਵੇ ਆਣਗੇ ਮੇਰਾ ਖਿਆਲ ਹੈ ਉਹ ਹੋਰ ਵੀ ਦਿਲ ਦਹਿਲਾ ਦੇਣ ਵਾਲੇ ਹੋਣਗੇ, ਕਿਉਂਕਿ ਜਿਹੜੀ 5-5.5 ਮਿੰਟ ਦੀ ਵੀਡੀਓ ਹੈ ਉਹਦੇ 'ਚ ਉਸੇ ਤਰ੍ਹਾਂ ਹੀ ਮੇਰੇ ਸਾਹਮਣੇ, ਕਿਉਂਕਿ ਮੈਂ ਨਵੰਬਰ 84 ਤੋਂ ਇੱਕਦਮ ਬਾਅਦ 2-3 ਦਿਨ ਬਾਅਦ ਹੀ ਦਿੱਲੀ ਦੇ ਕੈਂਪਾਂ ਵਿੱਚ ਵੀ ਗਿਆ ਸੀ, ਰਕਾਬਗੰਜ, ਦੂਸਰੀਆਂ ਥਾਵਾਂ ਤੇ। ਤੇ ਜਿਸ ਤਰੀਕੇ ਨਾਲ ਉਦੋਂ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਵਰਲਾਪ ਕਰਦੀਆਂ ਸਨ, ਅੱਜ ਮੈਂ ਕੈਮਰੇ ਦੇ ਸਾਹਮਣੇ ਉਸੇ ਹੀ ਸੀਨ ਦਾ ਦੁਹਰਾਅ ਸੀ। ਕਿਸੇ ਦੇ ਬੱਚੇ ਨੂੰ ਗੋਲੀ ਲੱਗੀ ਔਰ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੇ, ਪੁਲਿਸ ਨੇ ਸਾਡੇ ਬੱਚਿਆਂ ਨੂੰ ਮਾਰਿਆ, ਪਰ ਜਿਹੜੇ ਦੰਗਈ ਸੀ ਉਹਨਾਂ ਦੇ ਨਾਲ ਸਾਥ ਦਿੱਤਾ। ਸੋ ਹੋਰ ਵੇਰਵੇ ਜਦੋਂ ਆਣਗੇ ਫਿਰ ਅਸੀਂ ਇਸ ਦੇ ਉੱਤੇ ਫਰਦਰ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਹਾਂ ਇੱਕ ਗੱਲ ਉਹਨਾਂ ਨੇ ਕਹੀ ਹੈ ਵੀ ਨੌਜਵਾਨ ਇਹ ਜ਼ਰੂਰ ਦੇਖਣ ਕਿ ਵੀ ਅਲਟੀਮੇਟਲੀ ਉਹਨਾਂ ਨੇ ਹੀ ਲੀਡਰਸ਼ਿਪ ਪ੍ਰੋਵਾਈਡ ਕਰਨੀ ਹੈ। ਅਕਾਲੀ ਠੀਕ ਹੈ, ਉੱਥੇ ਦਿੱਲੀ ਕਮੇਟੀ ਵਾਲੇ ਆਏ ਨੇ ਜਾਂ ਉਹਨਾਂ ਦੇ ਨਾਂ ਆਏ ਆ, ਕੋਈ ਰਾਣਾ ਹੈਗਾ ਧਰਮ ਪ੍ਰਚਾਰ ਕਮੇਟੀ ਦਾ, ਕੋਈ ਹੈ, ਪਰ ਇਨ ਦਾ ਐਂਡ ਆਫ ਦਾ ਡੇ ਉਹ ਆਪਣੀਆਂ ਵੋਟਾਂ ਗਿਣ ਰਹੇ ਹੋਣਗੇ ਕਿ ਜੀ ਹੁਣ ਇਹਦੇ ਨਾਲ ਜਿਹੜੀ, ਕਿਉਂਕਿ ਦਿੱਲੀ 'ਚ ਉਹਦਾ ਸ਼ੀਲਾ ਦੀਕਸ਼ਤ ਦੀ ਸਰਕਾਰ ਹੈ ਕਿ ਜੀ ਹੁਣ ਕਾਂਗਰਸ ਦੇ ਖਿਲਾਫ ਸਾਨੂੰ ਜਿਹੜਾ ਹੈ ਅਸੀਂ ਬੀਜੇਪੀ ਦੇ ਲਈ ਵੋਟਾਂ ਮੰਗ ਸਕਦੇ ਹਾਂ। ਸੋ ਹਰ ਕੋਈ, ਜਿਵੇਂ ਕਿਸੇ ਨੇ ਕਿਹਾ ਸੀ 84ਵੇਂ ਦੇ ਦੌਰ 'ਚ 80s 'ਚ ਕਿ ਲੋਕ ਲਾਸ਼ਾਂ ਗਿਣਦੇ ਨੇ, ਇਹ ਵੋਟਾਂ ਗਿਣਦੇ ਨੇ। ਸੋ ਉਹਨਾਂ ਨੇ ਠੀਕ ਕਿਹਾ ਹੈ ਡਾਕਟਰ ਰਵਿੰਦਰ ਸਿੰਘ ਹੋਰਾਂ ਨੇ ਵੀ ਇਹਨਾਂ ਅਪਰਚੂਨਿਸਟ ਸਿਆਸਤਦਾਨਾਂ ਤੋਂ ਛੁਟਕਾਰਾ ਪਾ ਕੇ ਕੋਈ ਠੀਕ ਅਗਵਾਈ ਜਾਂ ਠੀਕ ਲਾਈਨ ਆਪਣੇ ਗੋਲ ਵੱਲ, ਨਿਸ਼ਾਨੇ ਵੱਲ, ਆਪਣੀ ਆਜ਼ਾਦੀ ਵੱਲ, ਇਹ ਸਾਨੂੰ ਅਖਤਿਆਰ ਕਰਨੀ ਚਾਹੀਦੀ ਹੈ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਹੇਵਰਡ ਕੈਲੀਫੋਰਨੀਆ ਤੋਂ ਸਰਦਾਰ ਜਗਦੀਸ਼ ਸਿੰਘ ਸੇਠੀ ਜੀ ਦੀ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਪਸੰਦ ਹੈ ਅਤੇ ਇਹ ਇਸ ਨੂੰ ਲਗਾਤਾਰਤਾ ਨਾਲ ਵੇਖਦੇ ਹਨ। ਇਹਨਾਂ ਨੂੰ ਲੱਗਦਾ ਹੈ ਕਿ ਭਾਰਤ ਵਿੱਚ ਅੱਜ ਜੋ ਕਾਨੂੰਨ ਵਿਵਸਥਾ ਤੇ ਫਿਰਕੂ ਨਫ਼ਰਤ ਦੀ ਸਥਿਤੀ ਬਣ ਰਹੀ ਹੈ, ਇਸ ਨਾਲ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਦਾ ਭਾਰੀ ਨੁਕਸਾਨ ਹੋਵੇਗਾ। ਇਸ ਤੋਂ ਬਚਣ ਲਈ ਕੀ ਉਪਾਅ ਕੀਤਾ ਜਾ ਸਕਦਾ ਹੈ? ਜੀ ਡਾਕਟਰ ਸਾਹਿਬ। ਵੀਰ ਜਗਦੀਸ਼ ਸਿੰਘ ਸੇਠੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਹੇਵਰਡ ਕੈਲੀਫੋਰਨੀਆ ਤੋਂ ਲਿਖੇ ਜੀ, ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ। ਮੈਂ ਸਮਝਦਾ ਵੀ ਜਿਹੜਾ ਬੰਦਾ ਥੋੜ੍ਹੀ ਬਹੁਤ ਦਿਲਚਸਪੀ ਰੱਖਦਾ ਹੈ ਆਲੇ ਦੁਆਲੇ 'ਚ ਜੀ, ਔਰ ਨਿਰਪੱਖ ਤਰੀਕੇ ਨਾਲ ਹਾਲਾਤ ਨੂੰ ਸੋਚਦਾ ਹੈ, ਔਰ ਇਹ ਜਿਹੜੇ ਬਹੁਤ ਸਾਰੇ ਵੀਰ ਭੈਣਾਂ ਜਾ ਕੇ ਆਉਂਦੇ ਨੇ ਉਹਨਾਂ ਨੂੰ ਹੋਰ ਵੀ ਉੱਥੇ ਫਸਟ ਹੈਂਡ ਐਕਸਪੀਰੀਅੰਸ ਵੀ ਹੁੰਦਾ ਹੈ ਜੀ ਵੀ ਉੱਥੇ ਕੋਈ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ, ਕੋਈ ਸੁਰੱਖਿਅਤ ਨਹੀਂ ਹੈ। ਘਰਾਂ ਦੇ ਵਿੱਚ ਕਦੇ ਹੁੰਦਾ ਸੀ ਕਿ ਜੀ ਬਜ਼ੁਰਗ ਨੇ ਉਹ ਸੁਰੱਖਿਅਤ ਹੈ, ਮੁਹੱਲੇ ਵਾਲੇ ਹਾਲ ਚਾਲ ਪੁੱਛਦੇ ਨੇ। ਹੁਣ ਕਦੋਂ ਕਾਲੇ ਕੱਛਿਆਂ ਵਾਲਿਆਂ ਨੇ ਅੱਧੀ ਰਾਤ ਨੂੰ ਆ ਜਾਣਾ, ਕਦੋਂ ਕਿਸੇ ਭਈਏ ਨੇ ਆ ਕੇ ਉਹਦੇ ਨਾਲ ਗੰਡਾਸਿਆਂ ਨਾਲ ਜਾਂ ਸੋਟੀਆਂ ਨਾਲ ਜਾਂ ਦਾਤੀਆਂ ਨਾਲ ਮਾਰ ਜਾਣਾ, ਲੁੱਟ ਕੇ ਲੈ ਜਾਣਾ। ਜਿਹੜਾ ਤੁਸੀਂ ਨੌਕਰ ਰੱਖਿਆ, ਜਿਹਨੂੰ ਤੁਸੀਂ ਪੁੱਤਾਂ ਵਾਂਗ ਸਮਝਦੇ ਹੋ, ਉਹਨੇ ਹੀ ਤੁਹਾਡਾ ਮਰਡਰ ਕਰਕੇ ਜਿਹੜਾ ਲੁੱਟ ਪੁੱਟ ਕੇ, ਔਰ ਕਿੰਨੇ ਈਵਨ ਸਾਬਕਾ ਫੌਜੀ ਜਿਹੜੇ ਅਫਸਰ ਨੇ ਉਹਨਾਂ ਦਾ ਨੂੰ ਇਸ ਤਰ੍ਹਾਂ ਬਰੂਟਲੀ ਮਾਰਿਆ ਗਿਆ ਜੀ। ਔਰ ਜੇ ਅਸੀਂ ਜੋ ਮਾਹੌਲ ਹਿੰਦੂਤਵਾ ਦਾ ਬਣ ਰਿਹਾ ਹੈ, ਜਿਸ ਤਰੀਕੇ ਨਾਲ ਨਰਿੰਦਰ ਮੋਦੀ ਔਰ ਉਹਨਾਂ ਦੀ ਸਾਰੀ ਜਿਹੜੀ ਉਹ ਗੁੰਡਾ ਬ੍ਰਿਗੇਡ ਹੈ ਹਿੰਦੂਤਵੀ ਜੀ, ਉਹ ਇੱਕ ਟੈਰਰ ਕ੍ਰੀਏਟ ਕਰ ਰਹੀ ਹੈ, ਉਹਦੇ ਥੱਲੇ ਆਉਣ ਵਾਲੇ ਸਮੇਂ 'ਚ ਜਿਵੇਂ ਇਹਨਾਂ ਨੇ ਕਿਹਾ ਜਗਦੀਸ਼ ਸਿੰਘ ਸੇਠੀ ਜੀ ਨੇ
ਕਿ ਬਹੁਤ ਕੁਝ ਮਾੜਾ ਵਾਪਰਨਾ, ਬਹੁਤ ਜੀ। ਕੁਝ ਮਾੜਾ ਵਾਪਰਨਾ। ਤੇ ਇਸ ਸਾਰੇ ਦਾ ਜਿਹੜਾ ਸਭ ਤੋਂ ਬਦਕਿਸਮਤ ਪਾਰਟ ਹੈ ਕਿ ਸਾਡੀ ਲੀਡਰਸ਼ਿਪ ਜੀ ਅਕਾਲੀਆਂ ਦੀ, ਕਿਉਂਕਿ ਪੰਜਾਬ ਦੀ ਨੁਮਾਇੰਦਗੀ ਉਹੀ ਕਰਦੇ ਨੇ, ਸਰਕਾਰ ਉਹਨਾਂ ਦੀ ਹੈ, ਸ਼੍ਰੋਮਣੀ ਕਮੇਟੀ ਉਹਨਾਂ ਕੋਲ ਹੈ, ਅਕਾਲ ਤਖਤ ਉਹਨਾਂ ਕੋਲ ਹੈ, ਜੀ ਉਹ ਅੱਖਾਂ ਬੰਦ ਕਰਕੇ ਹਿੰਦੂ ਤਵੀਆਂ ਦੇ ਰਾਹ ਤੇ ਚੜੇ ਹੋਏ ਨੇ। ਔਰ ਇਹੀ ਜਿਹੜਾ ਅਲਟੀਮੇਟਲੀ ਸਾਡੀ ਜਿਹੜੀ ਹੈ ਉਹ ਗਿਲਾਨੀ ਸ਼ਬਦ ਵੀ ਇਹਦੇ 'ਚ ਛੋਟਾ ਆ ਜਾਂਦਾ ਹੈ, ਸਾਡੀ ਦੁਰਦਸ਼ਾ ਜਿਹੜੀ ਹੈ ਜੀ ਉਸ ਦੇ ਲਈ ਇਹ ਜ਼ਿੰਮੇਵਾਰ ਹੋਣਗੇ। ਇਸ ਦਾ ਉਪਾਅ ਕੀ ਹੈ? ਦੇਖੋ, ਅਸੀਂ ਤਾਂ ਜਿੰਨੀ ਅਵੇਅਰਨੈਸ ਹੀ ਪੈਦਾ ਕਰ ਸਕਦੇ ਹਾਂ, ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ, ਇੰਟਰਨੈਸ਼ਨਲੀ ਸਾਰੇ ਹਾਲਾਤ ਨੂੰ ਦੇਖਦੇ ਹਾਂ, ਸਾਨੂੰ ਇਹ ਸਮਝ ਆ ਰਹੀ ਹੈ ਕਿ ਆਉਣ ਵਾਲੇ ਟਾਈਮ 'ਚ ਜੋ ਹਾਲਾਤ, ਔਰ ਅਸੀਂ ਜਦੋਂ ਨਰਿੰਦਰ ਮੋਦੀ ਬਾਰੇ ਕਹਿੰਦੇ ਆ ਵੀ ਹਿਟਲਰ ਇਨ ਦਾ ਮੇਕਿੰਗ ਹੈ, ਜੀ ਜੀ ਔਰ ਹਿਟਲਰ ਇਨ ਦਾ ਮੇਕਿੰਗ ਦਾ ਮਤਲਬ ਇਹ ਹੈ ਵੀ ਫਿਰ ਜੋ ਹਿਟਲਰ ਨੇ ਜ਼ੁਲਮ ਕੀਤੇ ਸੀ ਉਹਨੂੰ ਇਤਿਹਾਸ ਭੁੱਲ ਜਾਏਗਾ। ਜੋ ਕੁਛ ਇਹਨਾਂ ਹਿੰਦੂ ਤਵੀਆਂ ਨੇ ਕਰਨਾ ਹੈ, ਉਹਨਾਂ ਨੇ ਆਲਰੇਡੀ ਜੂਨ 84 'ਚ ਸਿੱਖਾਂ ਨੂੰ ਟ੍ਰੇਲਰ ਦਿਖਾ ਦਿੱਤਾ ਹੈ, ਜੀ ਨਵੰਬਰ 84 'ਚ ਫਿਰ ਉਹਦਾ ਟ੍ਰੇਲਰ ਦਾ ਦੁਹਰਾਅ ਵੱਡਾ ਕੀਤਾ ਹੈ, ਤੇ ਫਿਰ 10 ਸਾਲ ਪੰਜਾਬ 'ਚ ਉਹਨਾਂ ਨੇ ਦੱਸਿਆ ਵੀ ਇਹਨਾਂ ਦਾ ਜਿਹੜਾ ਸ਼ਿਵ ਜੀ ਦਾ ਤੀਸਰਾ ਨੇਤਰ ਖੁੱਲ੍ਹਦਾ ਹੈ, ਜਿਹਨੂੰ ਇਹ ਪਰਲੇ ਕਹਿੰਦੇ ਨੇ, ਪਰਲੇ ਉਹਨਾਂ ਨੇ ਸਿੱਖਾਂ ਦੇ ਲਈ ਲਿਆਂਦੀ, ਘੱਟ ਗਿਣਤੀਆਂ ਲਈ ਲਿਆਂਦੀ, ਨੇਤਰ ਖੋਲ ਦਿੱਤਾ ਹੈ। ਜੀ ਉਹ ਨੇਤਰ ਕੀ ਖੋਲ੍ਹਣਾ? ਉਹ ਹਿੰਦੂ ਤੋਂ ਵੀ ਜ਼ੁਲਮ ਹੈ। ਜੀ ਔਰ ਇਹੀ ਹਾਲ ਜਿਹੜਾ ਨਰਿੰਦਰ ਮੋਦੀ ਹੈ, ਇਹਨੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੇ ਨਾਲ ਕੀਤਾ ਹੈ। ਜੀ ਔਰ ਜੀ ਜੇ ਪ੍ਰਧਾਨ ਮੰਤਰੀ ਬਣਦਾ ਹੈ ਫਿਰ ਪਿਛਲੇ ਸਾਰੇ ਰਿਕਾਰਡ ਟੁੱਟਣਗੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜੀ ਸੋ ਅਵੇਅਰਨੈਸ, 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 ਜੀ ਜੀ ਜਾਗਰੂਕਤਾ, 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 ਜੀ ਇਹੀ ਮੰਤਰ ਹੈ ਇਸ ਤੋਂ ਬਚਣ ਦਾ। ਜੀ ਡਾਕਟਰ ਸਾਹਿਬ, ਹੁਣ ਇੱਥੇ ਲੈਣੇ ਇੱਕ ਛੋਟਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਇੱਕ ਛੋਟੇ ਬ੍ਰੇਕ ਤੋਂ ਬਾਅਦ।